ਕਿ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਆਮ ਤੌਰ ਤੇ ਲੋਕ ਇਹ ਉਦਾਹਰਨਾਂ ਦੇ ਦਿੰਦੇ ਨੇ ਵੀ ਉਹਨਾਂ ਨੇ ਸਿਰਫ ਨਾਮ ਜਪਣ ਵੰਡ ਛਕਣ ਲਈ ਕਿਹਾ, ਕਿਰਤ ਕਰਨ ਲਈ ਕਿਹਾ, ਉਹਨਾਂ ਨੇ ਕਦੀ ਵੀ ਸ਼ਸਤਰਾਂ ਦੀ ਗੱਲ ਨਹੀਂ ਕੀਤੀ। ਤੁਸੀਂ ਕੀ ਕਹਿਣਾ ਚਾਹੋਗੇ? ਪਿੱਛੇ ਖੋਜ ਹੋਈ ਸੀ ਭਦਰਕ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਥਾਨਕ ਰਾਜੇ ਵੱਲੋਂ ਭੇਟ ਕੀਤੀ ਗਈ ਕਿਰਪਾਨ ਦੀ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਸ਼ਸਤਰਹੀਨ ਸੀ, ਜਦੋਂ ਭਾਈ ਗੁਰਦਾਸ ਜੀ ਲਿਖ ਰਹੇ ਨੇ ਆਸਾ ਹੱਥ ਕਿਤਾਬ ਕੱਚ। ਆਸੇ ਨੂੰ ਤੁਸੀਂ ਅੱਜ ਬਰਛੇ ਵੜਦੇ ਆਪਾਂ ਕਿ ਉਹ ਸ਼ਸਤਰ ਨਹੀਂ ਹੈ। ਫਿਰ ਜੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਵੀ ਵਾਰਾਂ 'ਚ ਜ਼ਿਕਰ ਕਰ ਰਹੇ ਨੇ, ਉਹਨਾਂ ਦੇ ਸ਼ਸਤਰ ਮੌਜੂਦ ਨੇ ਸਾਡੇ ਕੋਲ। ਉਹ ਭਦਰਕ ਵਿਖੇ ਕਹਿੰਦੇ ਨੇ ਜੀ ਚੱਕਰ ਸੀ, ਕਿਰਪਾਨ ਸੀ। ਵੈਸੇ ਖੋਜ ਦਾ ਵਿਸ਼ਾ ਹੈ, ਲੇਕਿਨ ਉਹ ਅਸਾਮ ਦੇ ਵਿੱਚ ਗੁਰਦੁਆਰਾ ਸਾਹਿਬ ਬਰਛਾ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਰਛਾ ਮਾਰ ਕੇ, ਜਾਦੂਗਰਨੀ ਨੇ ਜਦੋਂ ਕਿਹਾ ਸੀ ਵੀ ਸਾਡੇ ਇੱਥੇ ਪਾਣੀ ਦੀ ਘਾਟ ਹੈ, ਤੇ ਬਰਛਾ ਮਾਰ ਕੇ ਪਾਣੀ ਪ੍ਰਗਟ ਕੀਤਾ ਸੀ। ਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਮ, ਹੁਣ ਜੇ ਬਰਛਾ ਕੋਲ ਹੈ ਤਾਂ ਹੀ ਬਰਛਾ ਮਾਰਨਗੇ ਨਾ ਜੀ। ਤੇ ਬਰਛਾ ਮਾਰ ਕੇ ਪਾਣੀ, ਗੁਰੂ ਨਾਨਕ ਦੇਵ ਮਹਾਰਾਜ ਦਾ ਕੜਾ ਪਿਆ ਉੜੀਸਾ ਦੇ ਵਿੱਚ ਭਦਰਕ ਤੋਂ 35 ਕਿਲੋਮੀਟਰ ਪਿੱਛੇ ਬਾਲਾਸ਼ੋਰ ਨੂੰ ਰੋਡ ਜਾਂਦਾ। ਬਾਲਾਸੋਰ ਨੂੰ ਜਦੋਂ ਆਪਾਂ ਜਾਂਦੇ ਹਾਂ, ਭਦਰਕ ਤੋਂ 35 ਕਿਲੋਮੀਟਰ ਰੋਡ ਦੇ ਉੱਤੇ, ਹਾਈਵੇ ਦੇ ਉੱਤੇ ਨਾਲ ਹੀ ਇੱਕ ਪਿੰਡ ਪੈਂਦਾ ਹੈ। ਉਸ ਪਿੰਡ ਦੇ ਵਿੱਚ ਅੱਜ ਵੀ ਮੰਦਿਰ ਬਣਿਆ ਹੋਇਆ, ਗੁਰੂ ਨਾਨਕ ਮੰਦਿਰ। ਗੁਰੂ ਨਾਨਕ ਮੰਦਿਰ ਦੇ ਵਿੱਚ ਕਿਸੇ ਮੂਰਤੀ ਦੀ ਪੂਜਾ ਨਹੀਂ ਹੁੰਦੀ, ਉਸ ਜਗ੍ਹਾ ਤੇ ਕੜੇ ਦੀ ਅਤੇ ਗੁਰਬਾਣੀ ਦੀ ਪੂਜਾ ਹੁੰਦੀ ਹੈ। ਉਹ ਕੜੇ ਨੂੰ ਪੂਜਦੇ ਪਏ ਨੇ। ਗੁਰੂ ਨਾਨਕ ਦੇਵ ਜੀ ਦੇ ਸ਼ਸਤਰ ਕੜਾ ਜਿਹੜਾ ਹੈਗਾ ਉਹ ਉੱਥੇ ਹੈ। ਉਦੋਂ ਨਾਲ ਹੀ ਅੱਗੇ ਭਦਰਕ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਸ੍ਰੀ ਸਾਹਿਬ ਜਿਹੜੀ ਹੈ ਉਹ ਅੱਜ ਪਟਨਾ ਸਾਹਿਬ ਪਈ ਹੈ। ਯਾਨੀ ਕਿ ਜੇ ਉਸ ਬੰਦੇ ਨੂੰ ਤੁਸੀਂ, ਜੇ ਪੈਨ ਹੈਗਾ, ਜੇ ਕੋਈ ਲਿਖਾਰੀ ਹੈ ਉਹਨੂੰ ਤੁਸੀਂ ਪੈਨ ਦਿਓਗੇ, ਜਿਹੜਾ ਬੰਦਾ ਸ਼ਸਤਰਾਂ ਦੀ ਗੱਲ ਕਰ ਰਿਹਾ, ਸ਼ਸਤਰਧਾਰੀ ਹੈ, ਉਹਨੂੰ ਤੁਸੀਂ ਕਿਰਪਾਨ ਦਿਓਗੇ। ਤੇ ਰਾਜੇ ਨੇ ਕਿਰਪਾਨ ਦਿੱਤੀ, ਹੱਥ ਵਿੱਚ ਗੁਰੂ ਨਾਨਕ ਦੇਵ ਜੀ ਆਸਾ ਰੱਖਦੇ ਨੇ। ਤੇ ਜਿੱਥੇ ਸਿਮਰ ਸਿੰਘ ਦੀ ਗੱਲ ਕਰ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਵੀ ਸ਼ਸਤਰਧਾਰੀ ਸੀ, ਤਾਂ ਇਹ ਬਿਲਕੁਲ ਸਹੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਸ਼ਸਤਰਧਾਰੀ ਸੀ। ਆਪਾਂ ਫੋਟੋਆਂ ਦੇਖਦੇ ਇੱਕ ਵਿੱਚ ਇਹ ਵੀ ਗੱਲ ਕਰਦੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਫੋਟੋ ਆਉਂਦੀ ਹੈ ਤਾਂ ਉਹਨਾਂ ਨੂੰ ਹੱਥ 'ਚ ਬਸ ਮਾਲਾ ਫੜੀ ਹੁੰਦੀ ਹੈ, ਜਾਂ ਕੀ ਕਹਿਣਾ, ਕਿਤੇ ਉਹ ਵੀ ਫੋਟੋ ਵੈਸੇ ਅਲੋਪ ਹੁੰਦੀ ਜਾਂਦੀ ਹੈ। ਜਿੱਥੇ ਢੱਗਿਆਂ ਨਾਲ ਉਹ ਖੇਤੀ ਕਰ ਰਹੇ ਨੇ ਉਹ ਵੀ ਅਲੋਪ ਹੁੰਦੀ ਜਾਂਦੀ ਆ ਹੁਣ। ਤੇ ਆਮ ਤੌਰ ਤੇ ਸਿਰਫ ਗੁਰੂ ਨਾਨਕ ਜਿਹੜਾ ਇੱਕ ਭਗਤੀ ਵਾਲਾ ਇੱਕ ਮਾਲਾ ਜੀ ਫੜਾਈ ਹੁੰਦੀ ਹੱਥ 'ਚ ਉਹਨਾਂ ਦੇ। ਤੇ ਕਿਤੇ ਵੀ ਆਪਾਂ ਫੋਟੋ ਨਹੀਂ ਇਹੋ ਜਿਹੀ ਦਰਸ਼ਨ ਕਰ ਸਕੇ ਜਿੱਥੇ ਕਿਰਪਾਨ ਜਾਂ ਸ਼ਸਤਰਾਂ ਦੇ ਵਿੱਚ ਉਹਨਾਂ ਨੂੰ ਵਿਖਾਇਆ ਗਿਆ ਹੋਵੇ। ਮੱਕੇ ਮਦੀਨੇ ਦੀ ਜਦੋਂ ਗੱਲ ਆਉਂਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ ਸਿੱਖ ਪੰਥ ਨੂੰ ਚਲਾਇਆ ਹੈ, ਦੁਨੀਆ ਦੇ ਵਿੱਚ ਅੱਜ ਸਿੱਖ ਕੌਮ ਜਿਹੜੀ ਹੈ ਜਾਣਦੀ ਹੈ ਦੁਨੀਆ ਇਸ ਸਿੱਖ ਕੌਮ ਦੇ ਬਾਰੇ, ਇਤਿਹਾਸ ਬਾਰੇ। ਤੁਸੀਂ ਛੋਟੀ ਉਮਰ ਦੇ ਵਿੱਚ ਹੋ ਕੇ ਵੱਡੀਆਂ ਮੱਲਾਂ ਮਾਰੀਆਂ ਨੇ। ਤੁਹਾਡੇ ਅੱਗੇ ਸਾਡੇ ਵਰਗਿਆਂ ਦਾ ਤਾਂ ਗੱਲ ਕਰਨਾ ਹੀ ਨਹੀਂ ਠੀਕ ਲੱਗਦਾ ਹੈ। ਸਿੰਘ ਸਾਹਿਬ ਦੱਸੋ, ਜਿਹੜੀ ਮੱਕੇ ਮਦੀਨੇ ਦੀ ਮੱਕਾ ਘੁਮਾਇਆ ਬਾਬੇ ਨਾਨਕ ਨੇ, ਇਹ ਕਿਸ ਤਰ੍ਹਾਂ ਦੀ ਹੈ? ਸੁਣਨ ਦੇ ਵਿੱਚ ਨਹੀਂ ਆਉਂਦੀ। ਕਹਿੰਦੇ ਇੱਕ ਜਿਹੜਾ ਗੈਰ ਮੁਸਲਮ ਹੈ ਉਹ ਉੱਥੇ ਜਾ ਨਹੀਂ ਸਕਦਾ, ਮੱਕੇ ਉੱਥੇ ਪਹੁੰਚ ਨਹੀਂ ਸਕਦਾ। ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ ਇੱਕ ਝੂਠੀ ਗੱਲ ਹੈ, ਮਨ ਘੜਤ ਕਹਾਣੀ ਹੈ ਕਿ ਇੱਕ ਸਿੱਖ ਬੰਦਾ ਜਿਹੜਾ ਹੈ ਉਹ ਮੱਕੇ ਜਾਵੇ। ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਸਵਾਲ ਪੁੱਛਦਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਮਦੀਨੇ ਗਏ, ਆਪ ਜੀ ਮੌਜੂਦ ਸੀ ਜਾਂ ਮੈਂ ਮੌਜੂਦ ਸੀ ਉੱਥੇ? ਮੈਂ ਜਾਂ ਆਪ ਜੀ ਕੋਈ, ਜਾਂ ਫਿਰ ਸੰਗਤ ਵਿੱਚੋਂ ਕੋਈ ਮੌਜੂਦ ਸੀ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਮੌਜੂਦ। ਇਹਦਾ ਸਾਡੇ ਕੋਲ ਉੱਥੇ ਕੀ ਵਾਰਤਾਲਾਪ ਹੋਈ ਆ, ਉੱਥੇ ਕੀ ਕੁਝ ਘਟਨਾਕ੍ਰਮ ਵਾਪਰਿਆ, ਇਹਦਾ ਸਭ ਤੋਂ ਪਹਿਲਾਂ ਆਪਾਂ ਇੱਕ ਇਤਿਹਾਸਕਾਰ ਹੋਣ ਦੇ ਨਾਤੇ ਮੈਂ ਸਰੋਤਾਂ 'ਤੇ ਜਾਵਾਂਗਾ ਕਿ ਸਾਨੂੰ ਇਹ ਜਾਣਕਾਰੀ ਕਿੱਥੋਂ ਮਿਲਦੀ ਹੈ ਮੱਕੇ ਮਦੀਨੇ ਵਾਲੀ। ਕਿਉਂਕਿ ਅਕਸਰ ਹੀ ਅਸੀਂ ਇਹਨਾਂ ਗੱਲਾਂ ਨੂੰ ਸੀਨੇ ਬਸੀਨੇ ਜਾਂ ਫਿਰ ਜਨਮ ਸਾਖੀਆਂ ਦੇ ਵਿੱਚ ਪੜ੍ਹਦੇ ਆ ਰਹੇ ਹਾਂ। ਜਦ ਭਾਈ ਗੁਰਦਾਸ ਜੀ ਦੀ ਵਾਰਾਂ ਇਹਦਾ ਸਭ ਤੋਂ ਵੱਧ ਸਟੀਕ ਪ੍ਰੂਫ ਨੇ। ਨੀਲ ਬਸਤਰ ਧਾਰੇ ਬਨਵਾਰੀ ਵਾਲੀ ਜਿਹੜੀ ਵਾਰ ਹੈ ਨਾ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਕੁੱਜਾ ਬਾਂਗ ਮੁਸੱਲਾਧਾਰੀ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੀਲੇ ਵਸਤਰ ਧਾਰਨ ਕਰਕੇ, ਹੱਥ 'ਚ ਆਸਾ, ਕੱਚ 'ਚ ਕਿਤਾਬ ਫੜ ਕੇ, ਮੁਸੱਲਾ ਧਾਰ ਕੇ ਮੱਕੇ ਗਏ। ਲੇਕਿਨ ਭਾਈ ਗੁਰਦਾਸ ਜੀ ਵੀ ਜੋ ਕੁਝ ਲਿਖਿਆ ਉਹ ਗੁਰੂ ਅਰਜਨ ਪਾਤਸ਼ਾਹ ਜੀ ਵੇਲੇ ਲਿਖਿਆ। ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਕਲੌਤਾ ਅੱਖੀ ਡਿੱਠਾ ਹਾਲ। ਕਿਉਂਕਿ ਜਿਹੜੇ ਸ਼ਖਸ ਉੱਥੇ ਮੌਜੂਦ ਸੀ ਉਹ ਇਸ ਬਾਰੇ ਕੀ ਲਿਖਦੇ ਹਾਂ, ਅਸੀਂ ਇਸ ਦੇ ਉੱਪਰ ਵਿਚਾਰ ਕਰਦੇ ਹਾਂ ਨਾ। ਇੱਕ ਸ਼ਖਸ ਹੋਇਆ ਤਾਜੁਦੀਨ ਨਕਸ਼ਬੰਦੀ, ਉਹਦਾ ਵੈਸੇ ਬਹੁਤ ਵੱਡਾ ਨਾਮ ਹੈ, ਉਹ ਇਰਾਨ ਦਾ ਹੋਇਆ ਸ਼ਖਸ। ਸਿਮਰ ਸਿੰਘ ਜੀ, ਤੁਹਾਡੀਆਂ ਅਸੀਂ ਗੱਲਾਂ ਅਸੀਂ ਵਿੱਚ ਸਵਾਲ ਨਹੀਂ ਕਰਨਾ ਹੁਣ ਇਸ ਤੋਂ ਬਾਅਦ 'ਚ, ਜੀ ਕਰਦਾ ਤੁਹਾਨੂੰ ਸੁਣੀ ਜੀਏ। ਬਸ ਇੱਕ ਛੋਟਾ ਜਿਹਾ ਸਵਾਲ ਹੈ, ਤੁਹਾਡੀ ਉਮਰ ਕਿੰਨੀ ਹੈ? ਤੁਹਾਡੀ ਉਮਰ ਕਿੰਨੀ ਹੈ ਇਸ ਵਕਤ? ਮੇਰੀ ਉਮਰ 15 ਸਾਲ, 2007 'ਚ ਹੋਇਆ ਸੀ ਜਨਮ, 15 ਸਾਲ ਹੈ।
ਜੀ ਤੇ ਹੁਣ ਤੁਸੀਂ ਉਹ ਦੱਸੋ ਅੱਗੇ ਦਾ ਜਿਹੜਾ ਬਿਰਤਾਂਤ ਹੈ ਮੱਕੇ ਦਾ। ਜੀ ਉਹ ਜਿਹੜਾ ਤਾਜੁਦੀਨ ਨਕਸ਼ਬੰਦੀ ਸ਼ਖਸ ਹੋਇਆ, ਉਹ ਈਰਾਨ ਦਾ ਇੱਕ ਉਸ ਇਲਾਕੇ ਦਾ ਰਹਿਣ ਵਾਲਾ ਸੀ। ਉਹਦਾ ਨਕਸ਼ਬੰਦੀ ਸਿਲਸਿਲੇ ਦੇ ਨਾਲ ਸੰਬੰਧਿਤ ਸੀ, ਇੱਕ ਸਿਲਸਿਲਾ ਹੈ ਨਕਸ਼ਬੰਦੀ ਮੁਸਲਮਾਨਾਂ ਦੇ ਵਿੱਚ, ਉਸ ਸਿਲਸਿਲੇ ਦੇ ਨਾਲ ਸੰਬੰਧਿਤ ਸੀ। ਉਹ ਹੱਜ ਤੇ ਜਾਇਆ ਕਰਦੇ ਸੀ ਮੱਕੇ। ਜਦੋਂ ਉਹ ਮੱਕੇ ਹੱਜ ਤੇ ਜਾਂਦੇ ਸੀ, ਇੱਕ ਵਾਰੀ ਉਹ ਜਦੋਂ ਰਸਤੇ ਦੇ ਵਿੱਚ ਹੱਜ ਤੇ ਜਾ ਰਿਹਾ ਸੀ, ਉਹ ਸੁਲੇਮਾਨ ਤਖਤ ਦੇ ਪਹਾੜ, ਈਰਾਨ ਤੇ ਇਰਾਕ ਦੇ ਬਾਰਡਰ ਦੇ ਵਿੱਚ ਹੈਗਾ ਸੁਲੇਮਾਨ ਤਖਤ, ਪਹਾੜ ਨੇ ਉੱਥੇ। ਉਹਦੇ ਨਜ਼ਦੀਕ ਜਦੋਂ ਜਾ ਰਿਹਾ ਸੀ, ਉਹ ਲਿਖਦਾ ਮੈਂ ਇੱਕ ਪੀਰ ਨੂੰ ਮਿਲਿਆ। ਉਹ ਹਿੰਦ ਤੋਂ ਆਇਆ ਹੋਇਆ ਪੀਰ ਸੀ, ਕਿਉਂਕਿ ਹਿੰਦੁਸਤਾਨ ਕਰਕੇ ਪ੍ਰਚਲਿਤ ਸੀ। ਹਿੰਦੁਸਤਾਨ ਤੋਂ ਆਇਆ ਹੋਇਆ ਪੀਰ ਹੈ, ਉਹ ਹਿੰਦੀ ਪੀਰ ਹੈ। ਉਹਨੇ ਲਿਖਿਆ ਕਿ ਮੈਂ ਜਾ ਕੇ ਉਸ ਕੋਲ ਬੈਠਾ, ਉਹ ਕੀਰਤਨ ਕਰ ਰਹੇ ਸੀ ਤੇ ਮੈਂ ਉੱਥੇ ਜਾ ਕੇ ਜਦੋਂ ਕੀਰਤਨ ਸੁਣਿਆ, ਬੜਾ ਆਨੰਦਮਈ ਕੀਰਤਨ ਸੀ ਉਹਨਾਂ ਦਾ। ਤੇ ਮੈਂ ਬੈਠਿਆ, ਜਦੋਂ ਤੁਰਨ ਲੱਗਿਆ ਤੇ ਉਹਨੇ ਜਿਹੜਾ ਪੀਰ ਸੀ ਉਹਨੇ ਮੈਨੂੰ ਪੁੱਛਿਆ ਵਾਲਤ ਜ਼ਾਹੂ ਕਿਨ ਹਨ। ਉਹਨੇ ਪਸ਼ਤੋ ਦੇ ਵਿੱਚ ਮੈਨੂੰ ਫਾਰਸੀ ਭਾਸ਼ਾ ਦੇ ਵਿੱਚ ਸਵਾਲ ਕੀਤਾ ਕਿ ਕਿੱਥੇ ਜਾ ਰਹੇ ਹੋ। ਉਹਨੇ ਕਿਹਾ ਕਿ ਮੇਰੀ ਸ਼ਾਮ ਦੀ ਅਸਰ ਦੀ ਨਮਾਜ਼ ਦਾ ਸਮਾਂ ਹੋ ਗਿਆ, ਮੈਂ ਆਪਣੇ ਹਾਜੀ ਭਾਈ ਭੈਣਾਂ ਦੇ ਨਾਲ, ਦੋਸਤਾਂ ਦੇ ਨਾਲ ਮੈਂ ਅਸਰ ਦੀ ਨਮਾਜ਼ ਪੜ੍ਹਨ ਜਾ ਰਿਹਾ। ਇਸ ਤੋਂ ਬਾਅਦ ਜਿਹੜੀ ਅੱਗੇ ਵਾਰਤਾਲਾਪ ਹੋਈ, ਉਹ ਸ਼ਖਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮੱਕੇ ਤੱਕ ਗਿਆ, ਈਰਾਨ ਇਰਾਕ ਤੋਂ ਲੈ ਕੇ ਮੱਕੇ ਤੱਕ। ਉਹਦੀ ਬਹੁਤ ਵੱਡੀ ਕਿਤਾਬ ਹੈ ਜਿਹੜੀ ਉਸਨੇ ਲਿਖੀ ਉਸੇ ਵੇਲੇ। ਉਹਨੂੰ ਆਪਾਂ ਕਹਿ ਸਕਦੇ ਹਾਂ, ਸਪੋਜ਼ ਕਿ ਹੁਣ ਜਿਵੇਂ ਤੁਸੀਂ ਮੇਰੇ ਨਾਲ ਬੈਠੇ ਹੋ, ਇੱਕ ਤਾਂ ਗੱਲ ਹੋ ਗਈ ਤੁਸੀਂ ਮੇਰੇ ਤੋਂ ਕੋਈ ਗੱਲ ਸੁਣ ਕੇ ਜਾਂ ਫਿਰ ਆਪਣੀ ਸੰਗਤ ਗੱਲ ਸੁਣ ਕੇ ਉਸ ਨੂੰ ਲਿਖ ਰਹੀ ਹੈ, ਉਸ ਤੋਂ ਅੱਗੇ ਲਿਖੀ ਗਈ, ਫਿਰ ਉਹ ਪ੍ਰਿੰਟ ਹੋਈ, ਉਹ ਤੀਜਾ ਜਾਂ ਚੌਥਾ ਸੋਰਸ ਹੋ ਗਿਆ। ਇੱਕ ਹੋ ਗਿਆ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੇ ਤੁਸੀਂ ਉਸ ਚੀਜ਼ ਨੂੰ ਨੋਟ ਕਰ ਰਹੇ ਹੋ ਗਿਆ ਫਸਟ ਸਰੋਤ। ਸਭ ਤੋਂ ਪਹਿਲੀ ਗੱਲ ਜਿਹੜਾ ਸਾਡੇ ਕੋਲ ਸੋਰਸ ਹੈ ਉਹ ਹੈ ਤਾਜੁਦੀਨ ਨਕਸ਼ਬੰਦੀ ਦੀ ਲਿਖਤ। ਸਿਹਾਇਤੋ ਬਾਬਾ ਨਾਨਕ ਉਹਦਾ ਨਾਮ ਸੀ। ਸਿਹਾਇਤੋ ਦਾ ਮਤਲਬ ਟਰੈਵਲਸ ਹੁੰਦਾ, ਇਹ ਫਾਰਸੀ ਦਾ ਸ਼ਬਦ ਹੈ। ਉੱਥੇ ਬਾਬਾ ਨਾਨਕ ਸ਼ਾਹ ਫਕੀਰ ਕਹਿੰਦੇ ਸੀ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਉਹ ਜਿਹੜੀ ਲਿਖਤ ਹੈ ਉਹਦੇ ਵਿੱਚ ਉਹਨਾਂ ਨੇ ਸਾਰਾ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿੱਥੋਂ ਹੁੰਦੇ ਹੋਏ ਬੈਤਲ ਮੁਕੱਦਸ ਵੀ ਗਏ ਗੁਰੂ ਨਾਨਕ ਪਾਤਸ਼ਾਹ ਜੀ। ਅਸੀਂ ਤਾਂ ਕਾਬੇ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਤਾਂ ਬੈਤਲ ਮੁਕੱਦਸ ਤੱਕ ਦਾ ਜ਼ਿਕਰ ਹੈ, ਕਿਉਂਕਿ ਬੈਤਲ ਮੁਕੱਦਸ ਯਰੂਸ਼ਲਮ ਦੇ ਵਿੱਚ ਹੋਇਆ। ਯਹੂਦੀਆਂ ਤੇ ਕ੍ਰਿਸਚਨਾਂ ਦਾ ਸਾਂਝਾ ਸਥਾਨ ਹੈ ਉਹ। ਉੱਥੋਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਹੁੰਦੇ ਹੋਏ ਸਲੀਮਾ ਦੀ ਸਾਖੀਆਂ ਦੇ ਵਿੱਚ ਬੜੀਆਂ, ਮਤਲਬ ਤੁਸੀਂ ਉਸ ਜੇਕਰ ਕਿਤਾਬ ਨੂੰ ਪੜ੍ਹੋਗੇ ਨਾ, ਉਹਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਉਹ ਇੱਕ ਇਕਲੌਤੀ ਕਿਤਾਬ ਹੈ ਜਿਹਦੇ ਵਿੱਚ ਡੇਟਾਂ ਸਮੇਤ ਪਲ ਲਿਖੇ ਹੋਏ ਨੇ, ਕਿਹੜੇ ਪਲ ਨੂੰ ਕਿਹੜਾ ਬੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ, ਉਹਦੀ ਡੇਟ ਕੀ ਸੀ। ਉਹਦੇ ਵਿੱਚ ਇਸ ਸਾਖੀ ਬਾਰੇ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੱਕੇ ਗਏ, ਉੱਥੇ ਕੀ ਕੁਝ ਵਰਤਾਂਤ ਤੇ ਸਾਰੇ ਜਾਣਦੇ ਨੇ। ਤੇ ਉਸਨੇ ਲਿਖਿਆ ਕਿ ਕਾਬਾ ਗੁਰੂ ਨਾਨਕ ਪਾਤਸ਼ਾਹ ਨੇ ਘੁਮਾਇਆ। ਠੀਕ ਹੈ, ਹੁਣ ਇੱਥੇ ਗੱਲ ਆ ਜਾਂਦੀ ਹੈ, ਅਸੀਂ ਕਹਿੰਦੇ ਹਾਂ ਕਾਬਾ ਘੁਮਾਇਆ, ਲੇਕਿਨ ਜੋ ਉਹਦੀ ਸ਼ਬਦਾਵਲੀ ਹੈ ਉਹਨਾਂ ਦੇ ਵਿੱਚ ਸ਼ਰਧਾ ਭਾਵਨਾ, ਮਤਲਬ ਮਾਨਸਿਕਤਾ ਦਾ ਸਵਾਲ ਲਗਾਓ। ਉਹਨਾਂ ਨੇ ਇਹ ਨਹੀਂ ਲਿਖਿਆ ਕਾਬਾ ਘੁਮਾਇਆ, ਉਹਨਾਂ ਨੇ ਲਿਖਿਆ ਕਾਬੇ ਨੇ ਗੁਰੂ ਨਾਨਕ ਦੀ ਪਰਿਕਰਮਾ ਕੀਤੀ। ਤੁਸੀਂ ਉਹਨਾਂ ਦੀ ਬਿਰਤੀ ਦਾ ਸਵਾਲ ਵੇਖ ਲਓ। ਕਿਸ ਤਾਂ ਕਹਿੰਦੇ ਗੁਰੂ ਨਾਨਕ ਨੇ ਕਾਬਾ ਘੁਮਾਇਆ, ਲੇਕਿਨ ਉੱਥੋਂ ਦੇ ਲੋਕ ਮੰਨਦੇ ਨੇ ਕਿ ਗੁਰੂ ਨਾਨਕ ਦੀ ਕਾਬੇ ਨੇ ਪਰਿਕਰਮਾ ਕੀਤੀ। ਤੇ ਰਹੀ ਗੱਲ ਕਾਬੇ ਦੀ ਪਰਿਕਰਮਾ, ਜਿਹੜੀ ਕਾਬੇ ਨੇ ਪਰਿਕਰਮਾ ਕੀਤੀ, ਇਹ ਪਹਿਲੀ ਵਾਰ ਇਤਿਹਾਸ 'ਚ ਦਰਜ ਨਹੀਂ ਹੋ ਰਿਹਾ। ਇੱਕ ਹਜ਼ਰਤ ਰਾਬੀਆ ਹੋਏ ਨੇ, ਮੁਸਲਮਾਨ ਵੀਰਾਂ ਨੂੰ ਪਤਾ ਹੈ ਜਾਂ ਫਿਰ ਇਤਿਹਾਸਕਾਰਾਂ ਨੂੰ ਵੀ ਇਸ ਬਾਰੇ ਪਤਾ ਹੈ ਕਿ ਹਜ਼ਰਤ ਰਾਬੀਆ ਨੂੰ ਕਾਬਾ ਲੈਣ ਆਇਆ ਸੀ ਖੁਦ ਚੱਲ ਕੇ। ਇਤਿਹਾਸ 'ਚ ਦਰਜ ਹੈ ਸਾਖੀ, ਹਜ਼ਰਤ ਰਾਬੀਆ ਨੂੰ ਕਾਬਾ ਲੈਣ ਆਇਆ ਸੀ, ਇਹ ਗੱਲ ਇਤਿਹਾਸ 'ਚ ਦਰਜ ਹੈ। ਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਵਾਲੀ ਗੱਲ ਹੈ, ਇਹ ਉੱਥੇ ਦਾ ਹੀ ਈਰਾਨ ਅਰਬ ਦਾ ਰਹਿਣ ਵਾਲਾ ਜਿਹੜਾ ਸ਼ਖਸ ਹੈ ਤਾਜੁਦੀਨ, ਇਸ ਨੂੰ ਕੋਟ ਕਰ ਰਿਹਾ। ਦੂਜੀ ਗੱਲ, ਅਸੀਂ ਹੋਰ ਸਰੋਤਾਂ ਵੱਲ ਜਾਈਏ, ਇੱਕ ਉੱਥੇ ਦਾ ਹੀ ਬਹੁਤ ਵੱਡਾ ਨਾਮੀ ਇਤਿਹਾਸਕਾਰ ਵੀ ਲਗਾ ਲਓ, ਉਸਨੇ ਕਿਤਾਬ ਲਿਖੀ, ਉੱਥੇ ਦਾ ਖਵਾਜਾ ਸੀ, ਉਹ ਅਮੀਰੇ ਮੱਕਾ ਵੀ ਕਹਿ ਸਕਦੇ ਹਾਂ, ਖਵਾਜਾ ਜ਼ੈਨੁਲ ਆਬਦੀਨ। ਉਸਨੇ ਕਿਤਾਬ ਲਿਖੀ ਤਾਰੀਖ ਅਰਬ। ਹਰੇਕ ਦੇਸ਼ ਦੀ ਵੱਖਰੀ ਤਾਰੀਖ ਹੁੰਦੀ ਹੈ, ਤਾਰੀਖ ਹਿੰਦੁਸਤਾਨ, ਤਾਰੀਖ ਪੰਜਾਬ, ਤਾਰੀਖ ਜੰਮੂ ਕਸ਼ਮੀਰ। ਉਹ ਤਾਰੀਖ ਅਰਬ ਲਗਭਗ 300 ਪੇਜਾਂ ਦੀ ਕਿਤਾਬ ਹੈ। ਉਹਦੇ ਵਿੱਚ ਇੱਕ ਚੈਪਟਰ ਹੈ ਬਾਬੁਲ ਮੱਕਾ। ਬਾਬੁਲ ਮੱਕਾ ਦੇ ਵਿੱਚ ਉਹਨੇ ਸਾਰਾ ਜ਼ਿਕਰ ਕੀਤਾ ਕਿ ਵੈਸੇ ਤਾਂ ਉਹ ਲਿਖ ਰਿਹਾ ਸੀ ਕਿ ਅਰਬ ਦੀ ਕੀ ਤਾਰੀਖ ਹੈ, ਤਾਰੀਖ ਤੋਂ ਭਾਵ ਕਿ ਇਤਿਹਾਸ ਦੀ ਜਿਹੜੀਆਂ ਸਾਖੀਆਂ ਨੇ, ਕੀ ਕੁਛ ਉਰੇ ਵਾਪਰਿਆ, ਕਿਹੜੇ ਕਿਹੜੇ ਪੈਗੰਬਰ ਹੋਏ, ਕੀ ਕੁਛ ਹੋਇਆ। ਉਹਦੇ ਵਿੱਚ ਉਹਨੇ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕੀਤਾ, ਉਸੇ ਵੇਲੇ ਲਿਖੀ ਹੋਈ ਕਿਤਾਬ। ਉਸ ਤੋਂ ਬਾਅਦ ਇੱਕ ਹੋਰ ਕਿਤਾਬ ਹੈ ਗੁਨਯਤ ਉਸਲਾਹੀਨ, ਜਿਹੜੀ ਕਿ ਅਬਦੁਲ ਰਹਿਮਾਨ ਨੇ ਲਿਖੀ। ਅਬਦੁਲ ਰਹਿਮਾਨ ਵੀ ਬਹੁਤ ਵੱਡਾ ਪੀਰ ਸੀ, ਉਸਨੇ ਕਿਤਾਬ ਲਿਖੀ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ, ਕਿਤਾਬਾਂ ਪੰਜਾਬ 'ਚ ਨਹੀਂ ਪਈਆਂ, ਇਹ ਮਦੀਨੇ ਦੀ ਲਾਇਬ੍ਰੇਰੀ 'ਚ ਪਈਆਂ ਸੀ। ਅੱਛਾ, ਇਹ ਮਦੀਨੇ ਦੀ ਲਾਇਬ੍ਰੇਰੀ 'ਚ ਪਈਆਂ ਸੀ। ਹੁਣ ਦੀ ਵੀ ਗੱਲ ਕਰੀ, ਹੁਣੇ ਮਿਲ ਜਾਣਗੀਆਂ ਤੇ ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਪਈਆਂ ਸੀ। ਤੇ ਤੁਸੀਂ ਸਵਾਲ ਕੀਤਾ ਕਿ ਨਾਨ ਮੁਸਲਿਮ ਨਹੀਂ ਜਾ ਸਕਦਾ ਮੱਕੇ, ਤੇ ਫਿਰ ਉਹ ਆਈਆਂ ਕਿੱਧਰੋਂ ਸਾਡੇ ਕੋਲ ਕਿਤਾਬਾਂ, ਤੇ ਉਹਦੇ ਨਾਲ ਮੇਰਾ ਕੀ ਸੰਪਰਕ ਹੈ ਕਿ ਮੈਂ ਕਿਉਂ ਇਸ ਵੱਲ ਰੁਝਾਨ ਰੱਖਦਾ। ਇੱਕ ਤੁਸੀਂ ਕਿਹਾ ਸੀ ਮੁਸਲਮਾਨ ਪਰਿਵਾਰ ਦੇ ਨਾਲ, ਸੈਯਦ ਪਰਿਵਾਰ ਦੇ ਨਾਲ ਸੰਬੰਧਿਤ, ਸਾਰਿਆਂ ਨੂੰ ਪਤਾ ਕਿ ਸੈਯਦ ਮੁਹੰਮਦ ਸਾਹਿਬ ਹਜ਼ਰਤ ਅਲੀ ਸਾਹਿਬ 'ਚੋਂ ਚੱਲੀ ਹੋਈ ਜਿਹੜੀ ਕੁੱਲ ਚੱਲੀ ਆ ਰਹੀ ਹੈ, ਹਸਨ ਤੇ ਹੁਸੈਨ ਜਿਹੜੇ ਉਹਨਾਂ ਦੇ ਦੋ ਸਪੁੱਤਰ ਹੋਏ, ਉਹਨਾਂ ਦੇ ਅੱਗੇ ਵੰਸ਼ ਚੱਲੀ ਜਿਹੜੀ,
ਇਹ ਹੁਸੈਨ ਦੇ ਨਾਲ ਪਰਿਵਾਰ ਸੰਬੰਧਿਤ ਸੀ। ਜਿਹੜਾ ਪਰਿਵਾਰ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ, ਇੱਕ ਕਿਤਾਬ ਹੈ ਬਚਿੱਤਰ ਸਿੰਘ ਬਚਨ ਗੁੱਜਰ ਖਾਨੀ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦਾ ਬੁਰਹਾਨਪੁਰ ਦਾ ਸਫ਼ਰ। ਉਹਦੇ ਅੰਤ ਦੇ ਵਿੱਚ ਛੋਟੀ ਜਿਹੀ ਕਿਤਾਬ ਅਸ਼ੋਕ ਨਗਰ ਤੋਂ ਛਪੀ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸਾਰਾ ਕਿ ਕਿਵੇਂ ਜਿਹੜਾ ਉਹ ਪਰਿਵਾਰ ਹੈ ਉਹ ਜੰਮੂ ਕਸ਼ਮੀਰ 'ਚ ਆਇਆ। ਕਸ਼ਮੀਰ 'ਚ ਮੀਰਪੁਰ ਨਾਮ ਦਾ ਇੱਕ ਇਲਾਕਾ ਹੈ, ਉੱਥੇ ਰਹਿ ਕੇ ਉਹਨਾਂ ਨੇ ਰਿਆਸਤ ਕਾਇਮ ਕੀਤੀ। ਉਹ ਰਿਆਸਤ ਕਾਇਮ ਕਰਨ ਤੋਂ ਬਾਅਦ ਜਿਹੜਾ ਉੱਥੇ ਦਾ ਅੱਜ ਵੀ ਉੱਥੇ ਨਾ ਮਹਿਲ ਸੁਸ਼ੋਭਿਤ ਹੈ, ਇੱਕ ਬਹੁਤ ਵੱਡਾ ਮਹਿਲ ਬਣਿਆ ਪਿਆ। ਉਹਦਾ ਮਹਿਲ ਦੇ ਨਾਮ ਪੀਰ ਬਾਕਰ ਅਲੀ ਸ਼ਾਹ ਦੇ ਨਾਮ ਦੇ ਨਾਲ ਸੰਬੰਧਿਤ ਹੈ। ਪੀਰ ਬਾਕਰ ਅਲੀ ਸ਼ਾਹ ਦਾ ਪੋਤਾ ਹੋਇਆ ਸੈਯਦ ਮੁਸ਼ਤਾਕ ਹੁਸੈਨ ਸ਼ਾਹ। ਸੈਯਦ ਮੁਸ਼ਤਾਕ ਹੁਸੈਨ ਸ਼ਾਹ ਦੇ ਜਿਹੜੇ ਵਾਲਿਦ ਸਨ ਉਹ ਮੈਜਿਸਟ੍ਰੇਟ ਸਨ, ਕਹਿਣ ਤੋਂ ਭਾਵ ਹਾਈ ਕਮਿਸ਼ਨਰ ਸਨ ਉਹਨਾਂ ਦੀ ਡੋਗਰਿਆਂ ਦੇ ਰਾਜ ਵੇਲੇ, ਕਿਉਂਕਿ ਉਸ ਵੇਲੇ ਡੋਗਰਿਆਂ ਦਾ ਰਾਜ ਆ ਚੁੱਕਿਆ ਸੀ। ਮੈਂ ਗੱਲ ਕਰ ਰਿਹਾ 1927 ਦੇ ਲਗਭਗ ਦੀ। 1927 ਦੇ ਵਿੱਚ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਤੇ ਇਹਨਾਂ ਦੇ ਪਿਤਾ ਇੱਕ ਸ਼ਾਹੀ ਜੱਥੇ ਨੂੰ ਲੈ ਕੇ ਹੱਜ ਤੇ ਜਾਂਦੇ ਨੇ, ਹੱਜ ਕਰਦੇ ਨੇ, ਸਾਰਾ ਜੱਥਾ ਵਾਪਸ ਆ ਜਾਂਦਾ ਹੈ। ਸੈਯਦ ਮੁਸ਼ਤਾਕ ਹੁਸੈਨ ਸ਼ਾਹ ਖੁਦ ਮਦੀਨੇ ਚਲੇ ਜਾਂਦੇ ਨੇ। ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਸੀ ਕਿ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਜਿਹੜੀ ਉੱਚ ਤਾਲੀਮ ਹੈ ਉਹ ਮਦੀਨੇ ਤੋਂ ਹਾਸਲ ਕਰੋ। ਉਹ ਮਦੀਨੇ ਤੋਂ ਹਾਸਲ ਕਰ ਰਹੇ ਸੀ ਤੇ ਜਦੋਂ ਉੱਥੇ ਲਾਇਬ੍ਰੇਰੀ ਦੇ ਵਿੱਚ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਕਿਤਾਬਾਂ ਪੜ੍ਹ ਰਹੇ ਸੀ ਇਸਲਾਮ ਦੀਆਂ, ਉਹਦੇ ਵਿੱਚ ਉਹਨਾਂ ਨੂੰ ਇਹ 3 ਕਿਤਾਬਾਂ ਪੜ੍ਹਨ ਨੂੰ ਮਿਲੀਆਂ। ਉਹ ਕਿਤਾਬਾਂ ਨੂੰ ਪੜ੍ਹ ਕੇ ਉਹ ਬੜਾ ਪ੍ਰਭਾਵਿਤ ਹੋਇਆ। ਉਹ ਕਹਿੰਦੇ ਜੀ ਇਹ ਗੁਰੂ ਨਾਨਕ ਤਾਂ ਸਾਡੇ ਪੰਜਾਬ ਵਾਲੇ ਇਲਾਕੇ ਦਾ ਹੋਇਆ, ਉਰੇ ਕਿਵੇਂ? ਤੇ ਉਹਨਾਂ ਦੀ ਪਿਤਾ ਦੇ ਨਾਲ ਵਾਰਤਾਲਾਪ ਹੋਈ। ਪਿਤਾ ਨੇ ਇੱਥੋਂ ਤੱਕ ਕਹਿਤਾ ਕਿ ਉਹ ਕਾਫਰ ਸੀ, ਕਿਉਂਕਿ ਅਗਲੇ ਮੁਸਲਮਾਨ ਸੀ, ਓਬਵੀਅਸਲੀ ਉਹ ਸ਼ਾਹੀ ਪਰਿਵਾਰ ਦੇ ਨਾਲ ਉਹਨਾਂ ਦੇ ਸੰਬੰਧਿਤ ਸਨ। ਲੇਕਿਨ ਨਹੀਂ, ਉਹ ਕਹਿੰਦੇ ਮੈਂ ਪੜ੍ਹਿਆ, ਕਿਉਂਕਿ ਉਹਦੇ ਵਿੱਚ ਇੱਕ ਬਹੁਤ ਵੱਡੀ ਸਾਖੀ ਸੀ 360 ਸਵਾਲ ਦੀ, ਕਾਜ਼ੀ ਰੁਕਨਦੀਨ ਦੀ। ਉਹ ਖੈਰ ਵੱਖਰਾ ਵਿਸ਼ਾ ਹੈ। ਉਹਦੇ ਵਿੱਚ ਜਦੋਂ ਉਹਨਾਂ ਨੇ ਪੜ੍ਹੀ ਤੇ ਉਹਨਾਂ ਨੇ ਲਗਭਗ ਬਹੁਤ ਸਾਰੇ ਅਸਥਾਨਾਂ ਦੀ ਖੋਜ ਕੀਤੀ, ਮੱਕੇ ਮਦੀਨੇ ਵਾਲੇ ਏਰੀਏ 'ਚ, ਕਰਬਲਾ, ਈਰਾਨ, ਇਰਾਕ, ਠੀਕ ਹੈ ਨਾ। ਅਸੀਂ ਇਤਿਹਾਸ ਵੀ ਪੜ੍ਹਦੇ ਹਾਂ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਅਦਨ ਵਾਲੇ ਪਾਸੇ ਗਏ ਤੇ ਅੰਮ੍ਰਿਤ ਛਕਾ ਕੇ ਉੱਥੋਂ ਤੋੜ ਦਿੱਤਾ ਸੀ। ਮਤਲਬ ਉਹ ਸਾਰਾ ਅਰਬ ਦਾ ਖਿੱਤਾ ਆਉਂਦਾ ਲਗਭਗ ਉਸ ਵਾਲੇ ਏਰੀਏ ਦਾ। ਉੱਥੇ ਉਹਨਾਂ ਨੇ ਲਗਭਗ 59 ਅਸਥਾਨਾਂ ਦੀ ਖੋਜ ਕੀਤੀ। ਉਹ 59 ਅਸਥਾਨਾਂ ਦੀ ਜਿਹੜੀ ਖੋਜ ਸੀ ਉਹਦੀ ਕੋਟਿੰਗ ਬਚਿੱਤਰ ਸਿੰਘ ਬਚਨ ਗੁੱਜਰ ਖਾਨੀ ਜੀ ਨੇ ਵੀ ਕਿਤਾਬ 'ਚ ਕੀਤੀ ਹੈ। ਅਕਾਲੀ ਮੋਰਚਾ ਤੇ ਚੱਬਰ ਨਰੈਣ ਸਿੰਘ ਜੀ ਦੀ, ਸਰਦਾਰ ਨਰੈਣ ਸਿੰਘ ਨੇ ਛਾਪੀ ਹੈ ਕਿਤਾਬ, ਸ਼੍ਰੋਮਣੀ ਕਮੇਟੀ ਵੱਲੋਂ ਛਪੀ ਸੀ। ਉਹਦੇ ਵਿੱਚ ਵੀ ਉਸ ਚੀਜ਼ ਦਾ ਜ਼ਿਕਰ ਹੈ। ਭਾਵ ਕਿ ਉਹ ਜਦੋਂ ਆਏ ਤੇ ਉਹ ਵਾਪਸ ਆ ਗਏ ਮੀਰਪੁਰ ਵਾਪਸ ਆਉਣ ਤੋਂ ਬਾਅਦ ਉਹ ਸਿੱਖੀ ਉਹਨਾਂ ਨੇ ਪੂਰੇ ਸਾਰੇ ਧਰਮਾਂ ਦੀ ਗਿਆਨ ਕੀਤਾ। ਇਹ ਨਹੀਂ ਹੈ ਕਿ ਸਿਰਫ ਇੱਕ ਕਿਤਾਬ ਨੂੰ ਪੜ੍ਹ ਕੇ ਪ੍ਰਭਾਵਿਤ ਹੋ ਛੱਡੇ, ਉਹਨਾਂ ਨੇ ਸਾਰੇ ਧਰਮਾਂ ਦਾ ਗਿਆਨ ਕੀਤਾ ਤੇ ਬਾਅਦ ਦੇ ਵਿੱਚ ਕਿਹਾ ਸਰਵੋਤਮ ਜਿਹੜਾ ਸਿਧਾਂਤ ਉਹ ਸਿੱਖੀ ਹੈ। ਬਾਅਦ ਦੇ ਵਿੱਚ ਡੇਰਾ ਸਾਹਿਬ ਲਾਹੌਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਅਸਥਾਨ ਹੈ ਜਿਹੜਾ, ਉੱਥੋਂ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦੇ ਨੇ ਆਪਣੇ ਪਰਿਵਾਰ ਸਮੇਤ ਤੇ ਉਹਨਾਂ ਦਾ ਨਾਮ ਪਿਆ ਸੈਯਦ ਪ੍ਰਿਥੀਪਾਲ ਸਿੰਘ, ਜਿਹੜੇ ਮੇਰੇ ਪੜਦਾਦਾ ਜੀ ਸਨ। ਮਤਲਬ ਉਹ ਓਰੀਜਨਲ ਡਾਇਰੀ ਆਈ ਵਿਟਨੈਸ ਉੱਥੋਂ ਲੈ ਕੇ ਆਏ ਸੀ ਮਦੀਨੇ ਤੋਂ, ਜਿਹੜੀ ਇਕਲੌਤਾ ਸਬੂਤ ਹੈ ਸਾਡੇ ਕੋਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਦੇ ਮਦੀਨੇ ਦੀ ਜੋ ਵੀ ਫੇਰੀ ਹੋਈ ਅਰਬ ਦੀ, ਉਹ ਉਸ ਦੇ ਵਿੱਚ ਕੋਟ ਕੀਤੀ ਗਈ ਹੈ। ਉਹ ਬੜੀ ਵੱਡੀ ਵਾਰਤਾਲਾਪ ਹੈ। ਵੈਸੇ ਜਿਹੜੀ ਤੁਹਾਡੇ ਵਡੇਰਿਆਂ ਦੁਆਰਾ ਜਿਹੜੀ ਉਹ ਪੁਸਤਕ ਸੀ ਜਾਂ ਉਸ ਦੇ ਵਿੱਚੋਂ ਕੋਈ ਇਤਿਹਾਸਕ ਚੀਜ਼ ਜਿਹੜੀ ਹੁਣ ਵੀ ਮਿਲ ਸਕਦੀਆਂ? ਜੀ ਉੱਥੇ ਉਹਨਾਂ ਨੇ ਲਿਖਿਆ ਬਹੁਤ ਕੁਝ ਜਿਹੜਾ ਉਸ ਕਿਤਾਬ ਦੇ ਵਿੱਚ ਸਾਰਾ ਇਤਿਹਾਸ ਕਿ ਅੱਜ ਕੀ ਉੱਥੇ ਮੌਜੂਦ ਹੈ। ਲੇਕਿਨ ਸ਼ਾਇਦ ਕਿਸੇ ਸਿੱਖ ਜਥੇਬੰਦੀ ਨੇ ਜਾਂ ਫਿਰ ਉਹਨਾਂ ਚੀਜ਼ਾਂ ਨੇ ਪੜਦਾਦਾ ਜੀ ਵੇਲੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਸ ਕਿਤਾਬ ਨੂੰ ਛਪਵਾਇਆ ਜਾਵੇ। ਤੇ ਵੈਸੇ ਤਾਂ ਉਹ ਕਿਤਾਬ ਦੇ ਵਿੱਚ ਜੋ ਕੁਝ ਕੋਟਿੰਗਸ ਕੀਤੀਆਂ ਹੁਣ ਵੈਸੇ ਛਪ ਚੁੱਕੀ, ਉਹਦਾ ਸੰਪੂਰਨ ਵਰਜ਼ਨ ਆਉਣਾ ਬਾਕੀ ਹੈ, ਲੇਕਿਨ ਉਹ ਬਹੁਤ ਹੱਦ ਤੱਕ ਛਪ ਚੁੱਕੀ ਕਿਉਂਕਿ ਉਹਦੇ ਵਿੱਚ ਜਿਹੜੇ 360 ਸਵਾਲ ਨੇ ਕਾਜ਼ੀ ਰੁਕਨਦੀਨ ਦੇ ਨਾਲ, ਉਹ ਬੜੇ ਮਾਇਨੇ ਰੱਖਦੇ ਨੇ ਉਹਦੇ ਵਿੱਚ।